सो स्टूडेंट्स आज जिस टॉपिक पे मैं लेक्चर स्टार्ट कर रहे हैं दैट इज योर यूपीएस यूपीएस अनइंटरप्टेड पावर सप्लाई। फर्स्ट क्वेश्चन यही आंदा है दैट ਵਾਈ ਜਦੋਂ ਵੀ ਕੋਈ ਵੀ ਕਿਸੇ ਟੌਪਿਕ ਦੀ ਗੱਲ ਕਰਦੇ ਨੇ ਅਸੀਂ ਪਹਿਲਾਂ ਕਹਿੰਦੇ ਵੀ ਇਹਦਾ ਕੰਪਿਊਟਰ ਦੇ ਵਿੱਚ ਰੋਲ ਕੀ ਹੈ। ਵਾਈ यूपीएस इज बीइंग यूज्ड, यूपीएस किस पॉइंट ਤੇ यूज ਕੀਤਾ ਜਾਂਦਾ ਹੈ ਔਰ ਕਿਉਂ यूज ਕੀਤਾ ਜਾਂਦਾ ਹੈ। ਮੈਂ ਇਸ ਦੀ ਬੜੀ ਕਾਮਨ ਐਗਜ਼ਾਮਪਲ ਤੁਹਾਨੂੰ ਦੱਸਦਾ। ਤੁਸੀਂ ਘਰਾਂ ਦੇ ਵਿੱਚ ਪਾਵਰ ਸਪਲਾਈ ਤੁਹਾਡੇ ਜਾਂਦੀ ਹੈ, ਤੁਹਾਡੇ ਘਰਾਂ 'ਚ ਪਾਵਰ ਸਪਲਾਈ ਜਾਂਦੀ ਹੈ। ਅੱਜ ਦੀ ਡੇਟ ਦੇ ਵਿੱਚ यूपीएस ਨੂੰ ਐਕਸਪਲੇਨ ਕਰਨਾ ਬਹੁਤ ਈਜ਼ੀ ਹੈ। ਜੇ ਅੱਜ ਤੋਂ ਮੈਨੂੰ 10-20 ਸਾਲ ਪਹਿਲਾਂ ਕਹਿੰਦੇ ਨਾ यूपीएस ਨੂੰ ਐਕਸਪਲੇਨ ਕਰਨਾ, then that would have been the difficult thing, ਬਟ ਅੱਜ ਮੈਨੂੰ यूपीएस ਨੂੰ ਐਕਸਪਲੇਨ ਕਰਨਾ ਬਹੁਤ ਈਜ਼ੀ ਹੈ। ਰੀਜ਼ਨ ਬੀਇੰਗ ਤੁਸੀਂ ਆਪਣੇ ਘਰਾਂ ਦੇ ਵਿੱਚ ਇਨਵਰਟਰ ਯੂਜ਼ ਕਰਦੇ ਹੋ। ਇਨਵਰਟਰ ਕੀ ਹੈ? ਜਦੋਂ ਪਾਵਰ ਸਪਲਾਈ ਚਲੀ ਜਾਂਦੀ ਹੈ ਉਸ ਤੋਂ ਬਾਅਦ ਕਰੀਬਨ 8 ਤੋਂ 10 ਘੰਟੇ ਤੋਂ 12 ਘੰਟੇ ਤੱਕ ਆਮ ਤੌਰ ਤੇ ਕਿਹਾ ਜਾਂਦਾ ਹੈ ਵੀ 2 ਜਾਂ 3 ਟਿਊਬ ਚਲਾ ਲਓ, 2 ਜਾਂ 3 ਫੈਨ ਚਲਾ ਲਓ। ਚਲੋ ਸਰਦੀਆਂ 'ਚ ਸਾਨੂੰ ਇੰਨੀ ਜ਼ਿਆਦਾ ਇਨਵਰਟਰ ਦੀ ਜ਼ਰੂਰਤ ਨਹੀਂ ਪੈਂਦੀ, ਬਟ ਗਰਮੀਆਂ ਦੇ ਵਿੱਚ ਸਾਨੂੰ ਇਨਵਰਟਰ ਦੀ ਜ਼ਰੂਰਤ ਪੈਂਦੀ ਹੈ। ਹੁਣ ਇਸ ਪੁਆਇੰਟ ਤੇ ਵੀ ਕੁਐਸਚਨ ਆ ਜਾਂਦਾ ਵੀ ਤੁਸੀਂ ਇਹ ਵੀ ਕਹਿ ਸਕਦੇ ਹੋ ਸਰ ਬਈ ਇਨਵਰਟਰ ਤਾਂ ਬਹੁਤ ਲਿਮਿਟਿਡ ਅਮਾਉਂਟ ਆਫ ਪਾਵਰ ਜਨਰੇਟ ਕਰਦਾ ਹੈ। ਵੀ ਆਮ ਤੌਰ ਤੇ ਕਿਹਾ ਜਾਂਦਾ ਵੀ 3 ਟਿਊਬਸ ਲਗਾ ਲਓ, 3 ਫੈਨ ਚਲਾ ਲਓ, ਜ਼ਿਆਦਾ ਇੱਕ ਟੀਵੀ ਨੂੰ ਚਲਾ ਲਓ। ਜਦ ਕਿ ਜਿਨ੍ਹਾਂ ਨੇ ਜਨਰੇਟਰ ਲਗਾਇਆ ਹੁੰਦਾ ਹੈ ਉਹ ਤਾਂ ਈਵਨ ਜਿੰਨੀ ਮਰਜ਼ੀ ਪਾਵਰ ਸਪਲਾਈ ਨੂੰ ਯੂਜ਼ ਕਰ ਸਕਦੇ। लेकिन there's a difference between generator and this inverter. जनरेटर डीजल ਤੇ ਹੈ, ਉਹਦੀ ਰੈਕਰਿੰਗ ਕਾਸਟ ਹੈ। ਪਹਿਲਾਂ ਅਸੀਂ ਜਨਰੇਟਰ ਲੱਖ 2 ਲੱਖ ਰੁਪਏ ਦਾ ਖਰੀਦਾਂਗੇ, ਉਸ ਤੋਂ ਬਾਅਦ 1 ਘੰਟਾ 2 ਘੰਟਾ ਜਨਰੇਟਰ ਚਲਾਉਣ ਲਈ ਸਾਨੂੰ ਹੋ ਸਕਦਾ 2-2 ਹਜ਼ਾਰ 3 ਹਜ਼ਾਰ ਦਾ ਡੀਜ਼ਲ ਲਗਾਉਣਾ ਪਵੇ। ਜਦਕਿ ਇਨਵਰਟਰ ਦੇ ਕੇਸ ਦੇ ਵਿੱਚ ਕੀ ਹੈ, ਇਨਵਰਟਰ ਆਟੋਮੈਟਿਕਲੀ ਚਾਰਜ ਹੁੰਦਾ ਰਹਿੰਦਾ, ਬੈਟਰੀ ਚਾਰਜ ਹੁੰਦੀ ਰਹਿੰਦੀ ਇਨਵਰਟਰ ਦੀ। ਜਦੋਂ ਪਾਵਰ ਸਪਲਾਈ ਚਲੀ ਗਈ ਇਹ ਤੁਹਾਨੂੰ 8 ਤੋਂ 10 ਤੋਂ 12 ਘੰਟੇ ਲਈ ਤੁਹਾਨੂੰ ਪਾਵਰ ਦਿੰਦਾ ਹੈ ਐਂਡ ਕੋਈ ਪੋਲਿਊਸ਼ਨ ਨਹੀਂ ਕਰਦਾ, ਕੋਈ ਨੋਇਸ ਨਹੀਂ ਕਰਦਾ। ਇਟਸ ਅ ਕਲੀਨ એનર્ਜੀ ਐਂਡ ਇਨਵਰਟਰਸ ਜਾਂ यूपीएस they all are based upon batteries. now year 2021 चल रहा है and coming times maybe after 5 years or 10 years ਤੁਹਾਨੂੰ ਬਹੁਤ ਸਾਰੇ 2 wheelers 3 wheelers 4 wheelers बैटरी ऑपरेटेड चलते मिलोगे। नो डाउट आज भी मार्केट के विच बहुत बैटरी ऑपरेटेड अवेलेबल है, लेकिन मेजॉरिटी नहीं है, बहुत एक स्मॉल परसेंटेज है। बैटरी ऑपरेटेड डिवाइसेस की रेवोल्यूशन आनी है आफ्टर 2 3 4 5 इयर्स। ਤੁਹਾਨੂੰ 20 ਤੋਂ 30% कार स्कूटर ਜਿਹੜੇ ਵਹੀਕਲਸ ਹੈ 3 व्हीलर्स है तो बैटरी ऑपरेटेड मिलेगी। रीजन की है क्लीन एनर्जी, कोई नॉइस नहीं, कोई पोल्यूशन नहीं। अगर मैं इलैक्ट्रिक ऑटो चल रहा है या इलैक्ट्रिक स्कूटर चल रहा है ਉਹਦੇ ਵਿੱਚ ਨਾ ਤੁਹਾਨੂੰ ਡੀਜ਼ਲ ਦੀ ਜ਼ਰੂਰਤ ਹੈ, ਠੀਕ ਹੈ। ਜਿਹੜਾ ਪੈਟਰੋਲ ਜਾਂ ਡੀਜ਼ਲ ਜੋ ਵੀ ਪਾਣਾ ਪੈਂਦਾ ਹੈ ਤੁਹਾਨੂੰ ਉਸ ਰੈਕਰਿੰਗ ਕਾਸਟ ਘਟ ਗਈ। ਲੇਕਿਨ ਹਾਂ ਇਲੈਕਟ੍ਰਿਸਿਟੀ ਨਾਲ ਚਾਰਜ ਕਰਨਾ ਪਏਗਾ, ਉਹ ਕਾਸਟ ਤੁਹਾਡੀ ਜ਼ਰੂਰ ਆਏਗੀ, ਬਟ ਇਲੈਕਟ੍ਰਿਸਿਟੀ ਇਜ਼ ਏ ਕਲੀਨ એનર્ਜੀ। ਇਕੁਅਲੀ ਚਾਰਜ ਕੀਤਾ 100 ਕਿਲੋਮੀਟਰ 200 ਕਿਲੋਮੀਟਰ ਤੱਕ ਤੁਸੀਂ ਉਸ ਵਹੀਕਲ ਨੂੰ ਚਲਾ ਸਕਦੇ ਹੋ। ਬਹੁਤ ਜ਼ਿਆਦਾ ਸਰਵਿਸਿੰਗ ਦੀ ਜ਼ਰੂਰਤ ਨਹੀਂ ਹੈ। ਜਿਹੜਾ ਅਸੀਂ ਆਪਣੇ ਸਕੂਟਰ ਨੂੰ ਬਾਰ-ਬਾਰ ਸਰਵਿਸ ਕਰਾਉਂਦੇ ਹਾਂ ਹਰ 6 ਮਹੀਨੇ ਬਾਅਦ, ਉਸ ਸਰਵਿਸਿੰਗ ਦੀ ਜ਼ਰੂਰਤ ਨਹੀਂ ਹੈ। ਸੋ मीनिंग देयर बाय दिस ऑल एक्सप्लेनेशन मैं ਤੁਹਾਨੂੰ ਚੀਜ਼ ਦੱਸਣਾ ਚਾਹਨਾ that UPS also falls under that particular category। ਕੀ ਚੀਜ਼ ਹੈ UPS? uninterrupted power supply also known as battery backup। it provides backup power when your regular power source fails or, this is an important point, voltage drop to an unacceptable level। साडी घरां च डोमेस्टिक सप्लाई is 220 volts। UPS regulates power also। let's suppose कोई ऐसा केस है
in some electric failure, ਇਲੈਕਟ੍ਰਿਸਿਟੀ ਦਾ ਕੋਈ ਸਬਸਟੇਸ਼ਨ 'ਚ ਫੇਲੀਅਰ ਆ ਜਾਂਦਾ ਹੈ, ਉਸ ਪੁਆਇੰਟ ਤੇ ਜਿਹੜੀ ਪਾਵਰ ਸਪਲਾਈ ਤੁਹਾਡੀ ਡੋਮੈਸਟਿਕ 220 ਵੋਲਟ ਆਣੀ ਸੀ, ਉਸੇ ਜਗ੍ਹਾ 120 ਵੋਲਟ ਜਾਂ 130 ਵੋਲਟ ਆ ਰਹੀ ਹੈ, ਤਾਂ ਅਗੇਨ ਉਹਦੇ ਕਰਕੇ ਤੁਹਾਡੇ ਕੰਪਿਊਟਰ ਜਾਂ ਤੁਹਾਡੇ ਐਪਲਾਈਐਂਸਿਸ ਖਰਾਬ ਹੋ ਸਕਦੇ। ਸੋ ਯੂਪੀਐਸ ਕੀ ਕਰੇਗਾ, ਉਸ ਨੂੰ ਰੈਗੂਲੇਟ ਕਰੇਗਾ। ਰੈਗੂਲੇਟ ਕਰੇਗਾ ਮੀਨਸ ਤੁਹਾਡੇ ਕੰਪਿਊਟਰ ਨੂੰ 220 ਵੋਲਟ ਹੀ ਆਏਗੀ, ਉਹ ਉਸ ਮੀਨਸ ਪਾਵਰ ਨੂੰ ਡਿਸਕਨੈਕਟ ਕਰ ਦੇਗਾ ਵਿਦਆਊਟ ਆਸਕਿੰਗ ਯੂ, ਤੁਹਾਨੂੰ ਪੁੱਛੇ ਬਿਨਾ ਆਪਣੇ ਆਪ ਉਸ ਨੂੰ ਰੈਗੂਲੇਟ ਕਰੇਗਾ, ਉਸ ਪਾਵਰ ਨੂੰ ਡਿਸਕਨੈਕਟ ਕਰਕੇ ਆਪਣੀ ਪਾਵਰ ਕੰਪਿਊਟਰ ਨੂੰ ਦੇਣਾ ਸ਼ੁਰੂ ਕਰ ਦੇਗਾ। This is what the UPS is. UPS ਜਿੱਦਾਂ ਮੈਂ ਤੁਹਾਨੂੰ SMPS ਜਿਹੜਾ ਪੜ੍ਹਾ ਰਿਹਾ ਸੀਗਾ, ਮੈਂ ਤੁਹਾਡੇ SMPS ਦੇ ਕੰਟੈਕਸਟ ਗੱਲ ਕਰ ਰਿਹਾ ਸੀ, that SMPS is a first line of defense in computer in case of power failures ਜਾਂ power fluctuations। ਮੈਂ ਤੁਹਾਡੇ ਨਾਲ ਜ਼ਰੂਰ ਗੱਲ ਕੀਤੀ ਸੀ that ਅਗਰ ਕੰਪਿਊਟਰ ਦੇ ਵਿੱਚ ਕਿਸੇ ਪੁਆਇੰਟ ਤੇ ਐਕਸੈਸਿਵ ਪਾਵਰ ਆਂਦੀ ਪਈ ਹੈ, ਠੀਕ ਹੈ, ਜਾਂ ਕੋਈ ਇੱਕਦਮ ਸਵੇਰ ਪਾਵਰ ਆ ਗਈ ਜਾਂ ਪਾਵਰ ਘਟ ਗਈ, ਮਦਰਬੋਰਡ, CPU ਐਂਡ ਹਾਰਡ ਡਿਸਕ ਨੂੰ ਬਚਾਉਣ ਲਈ SMPS ਫਸਟ ਲਾਈਨ ਆਫ ਡਿਫੈਂਸ ਹੈ। ਲੇਕਿਨ SMPS ਤੋਂ ਵੀ ਪਹਿਲਾਂ ਜਿਹੜਾ ਫਸਟ ਲਾਈਨ ਆਫ ਡਿਫੈਂਸ ਹੈ, that is your UPS। ਅਗਰ ਤੁਹਾਡੇ ਕੰਪਿਊਟਰ ਦੇ ਵਿੱਚ UPS ਲੱਗਾ ਹੋਇਆ ਹੈ, then that is before SMPS, that is your first line of defense। पहला UPS उस एक्सेसिव पावर ਨੂੰ ਰੋਕੇਗਾ, UPS ਕੱਟ ਆਫ ਕਰੇਗਾ ਮੇਨ ਪਾਵਰ ਸਪਲਾਈ ਨੂੰ, ਠੀਕ ਹੈ। ਇਨ ਕੇਸ UPS ਹੀ ਫੇਲ ਹੋ ਜਾਂਦਾ ਹੈ, then SMPS ਉਸ ਚੀਜ਼ ਨੂੰ ਰੋਕੇਗਾ। ਇਨ ਕੇਸ SMPS ਵੀ ਫੇਲ ਹੋ ਜਾਂਦਾ ਹੈ, ਤਾਂ ਤੁਹਾਡਾ ਮਦਰਬੋਰਡ ਜਾਂ ਤੁਹਾਡਾ ਜਿਹੜਾ ਕੀ ਨਾਮ ਕਹਿੰਦੇ ਆ ਪ੍ਰੋਸੈਸਰ ਜਾਂ ਹਾਰਡ ਡਿਸਕ ਤੇ ਕੋਈ ਇਫੈਕਟ ਆਏ। So UPS and SMPS, they are the lines of defense against power fluctuations। And UPS allows for the safe, orderly shutdown of the computer and connected equipment। ਆਮ ਤੌਰ ਤੇ ਅਸੀਂ ਕੀ ਕਰਦੇ ਹਾਂ, ਕੰਪਿਊਟਰਸ ਦੇ ਵਿੱਚ ਮੰਨ ਲਓ ਕੰਮ ਕਰ ਰਹੇ ਹਾਂ, ਮੈਂ ਬਹੁਤ ਕ੍ਰਿਟੀਕਲ ਵਰਕ ਚੱਲ ਰਿਹਾ ਮੇਰਾ, ਹੋਰ ਮੈਂ ਤੁਹਾਨੂੰ ਇਸ ਤੋਂ ਵੀ ਲਾਈਵ ਐਗਜ਼ਾਮਪਲ ਦੱਸ ਦਿੰਦਾ। ਤੁਸੀਂ ਕਿਸੇ ਦੁਕਾਨ ਤੇ ਜਾਂਦੇ ਹੋ ਆਪਣਾ ਕੋਈ ਇੰਪੋਰਟੈਂਟ ਕੰਮ ਕਰਾਉਣ, ਜਾਂ ਤੁਸੀਂ ਸਟੇਸ਼ਨ ਤੇ ਜਾਂਦੇ ਹੋ ਕਿਤੇ ਟਿਕਟ ਬੁੱਕ ਕਰਨ, ਉਸ ਨਾਲ ਪਾਵਰ ਚਲੀ ਜਾਂਦੀ ਹੈ। ਜਾਂ ਹੋਰ ਇੱਕ ਤੁਸੀਂ ਬੜਾ ਕਾਮਨ ਕੰਮ ਕਰ ਰਹੇ ਹੋ, ਅੱਜ ਕੱਲ੍ਹ ਸੁਵਿਧਾ ਸੈਂਟਰ ਜਾਂਦੇ ਹੋ, ਸੁਵਿਧਾ ਸੈਂਟਰ ਤੋਂ ਆਪਣਾ ਕੋਈ ਸਰਟੀਫਿਕੇਟਸ ਬਣਾਉਣਾ, ਕੋਈ ਡੋਮਿਸਾਈਲ ਸਰਟੀਫਿਕੇਟ ਬਣਾਉਣ ਲਈ ਜਾਂਦੇ ਹੋ, ਜਾਂ ਹੋਰ ਕੋਈ ਡਾਕੂਮੈਂਟ ਲੈਣ ਲਈ, ਉੱਥੇ ਐਡੀ ਵੱਡੀ ਲਾਈਨ ਲੱਗੀ ਹੁੰਦੀ ਹੈ, ਤੇ ਉੱਥੇ ਪਾਵਰ ਫੇਲੀਅਰ ਹੋ ਗਿਆ। ਉਧਰੋਂ ਅਸੀਂ ਤੁਹਾਨੂੰ ਕਾਲਜ ਤੋਂ ਪ੍ਰੈਸ਼ਰ ਪਾ ਰਹੇ ਜੀ, ਤੁਸੀਂ 11 ਵਜੇ ਜਾ ਕੇ ਡਾਕੂਮੈਂਟ ਜਮ੍ਹਾਂ ਕਰੋ, ਉਧਰੋਂ ਪਤਾ ਲੱਗਾ ਉੱਥੇ ਲਾਈਟ ਚਲੀ ਗਈ, ਇੰਨੇ ਲੋਕ ਲਾਈਨ 'ਚ ਖੜੇ। ਸੋ ਉੱਥੇ UPS ਰਿਕੁਆਇਰਡ ਹੁੰਦਾ, ਉਹ ਤੁਹਾਨੂੰ ਜਿਹੜਾ ਬੈਕਅਪ ਪ੍ਰੋਵਾਈਡ ਕਰਦਾ ਹੈ। ਬਟ ਅਗੇਨ UPS ਇੱਕ ਲਿਮਿਟੇਸ਼ਨ ਹੈ, ਇਹ ਤੁਹਾਨੂੰ ਅੱਧਾ ਘੰਟਾ, 1 ਘੰਟਾ, 2 ਘੰਟੇ, 3 ਘੰਟੇ ਤੱਕ ਦਾ ਪਾਵਰ ਸਪਲਾਈ ਪ੍ਰੋਵਾਈਡ ਕਰ ਸਕਦਾ, ਬੈਕਅਪ ਪ੍ਰੋਵਾਈਡ ਕਰ ਸਕਦਾ, ਲਗਾਤਾਰ ਪਾਵਰ ਬੈਕਅਪ ਪ੍ਰੋਵਾਈਡ ਨਹੀਂ ਕਰ ਸਕਦਾ। ਜਿੰਨੀ ਤੁਹਾਡੀ ਬੈਟਰੀ ਦਾ ਸਾਈਜ਼ ਹੈ, ਜਿੰਨੀ ਤੁਹਾਡੀ ਬੈਟਰੀ ਦੀ ਕੈਪੈਸਿਟੀ ਹੈ, ਉਨਾ ਹੀ ਤੁਹਾਨੂੰ ਬੈਕਅਪ ਪ੍ਰੋਵਾਈਡ ਕਰੇਗਾ, ਇਸ ਤੋਂ ਜ਼ਿਆਦਾ ਇਹ ਬੈਕਅਪ ਪ੍ਰੋਵਾਈਡ ਨਹੀਂ ਕਰ ਸਕਦਾ। ਔਰ ਜਦੋਂ ਅਸੀਂ UPS ਦੀ ਗੱਲ ਕਰਦੇ ਹਾਂ, ਜਦੋਂ ਅਸੀਂ when we'll talk about the UPS, ਸਾਡੇ ਕੋਲ ਦੋ kind ਦੇ UPS ਅਵੇਲੇਬਲ ਆ, one is online UPS, another is offline UPS। ਥਰਡ ਸਾਡੇ ਕੋਲ ਇੱਕ ਇੰਟਰੈਕਟਿਵ UPS ਵੀ ਹੈ, ਉਹ ਅਸੀਂ ਕਵਰ ਨਹੀਂ ਕਰਾਂਗੇ, ਬਟ ਐਸ ਪਰ ਕਰਿਕੂਲਮ ਸਾਡੇ ਕੋਲ ਦੋ ਟਾਈਪ ਦੇ UPS ਅਵੇਲੇਬਲ ਹੈ। One is your online UPS and another is your offline। One is online, another is your offline। मैं बेसिक ਜਿਹਾ ਤੁਹਾਨੂੰ ਐਕਸਪਲੇਨ ਤਾਂ ਤੁਹਾਨੂੰ ਦੋਨੋਂ ਦੀ ਮੈਂ ਵਰਕਿੰਗ ਕਰਾਂਗਾ। ਮੈਂ ਬੇਸਿਕ ਜਿਹਾ ਡਿਫਰੈਂਸ ਦੱਸਦਾ, ਆਨਲਾਈਨ UPS ਕਾਸਟਲੀ ਹੁੰਦਾ, ਮਹਿੰਗਾ ਹੁੰਦਾ, ਆਫਲਾਈਨ UPS ਇੰਨਾ ਕਾਸਟਲੀ ਨਹੀਂ ਹੁੰਦਾ। ਇਹ ਬਿਲਕੁਲ ਇੱਕ ਬੇਸਿਕ ਜਿਹਾ ਡਿਫਰੈਂਸ ਦੋਨਾਂ 'ਚ ਹੈ। ਟੈਕਨੀਕਲ ਡਿਫਰੈਂਸਿਸ ਕੀ ਹੈ, that I am going to discuss right now। Online UPS consists of a rectifier, battery
an inverter in line with AC means and load। इस चीज ਨੂੰ ਧਿਆਨ ਨਾਲ ਨੋਟ ਕਰਿਓ, ਮੈਂ ਤੁਹਾਨੂੰ ਡਾਇਗਰਾਮ ਤੇ ਵੀ ਐਕਸਪਲੇਨ ਕਰਾਂਗਾ। ਆਨਲਾਈਨ यूपीएस ਦੇ ਵਿੱਚ ਕੀ ਹੈ, ਰੈਕਟੀਫਾਇਰ। ਸਰਜ ਪ੍ਰੋਟੈਕਸ਼ਨ ਤਾਂ ਨਾ ਹੁੰਦੀ ਹੈ, ਠੀਕ ਹੈ। ਉਸ ਤੋਂ ਬਾਅਦ ਕੀ ਹੈ, ਤੁਹਾਡੇ ਕੋਲ ਬੈਟਰੀ ਐਂਡ ਇਨਵਰਟਰ ਇਨ ਲਾਈਨ। ਰੈਕਟੀਫਾਇਰ, ਬੈਟਰੀ, ਇਨਵਰਟਰ ਇਨ ਲਾਈਨ ਤੁਹਾਡੇ ਕੋਲ ਇਹਨਾਂ ਦੇ ਵਿੱਚ ਅਵੇਲੇਬਲ ਹੁੰਦਾ ਹੈ। नो डाउट ऑनलाइन यूपीएस ਦੇ ਵਿੱਚ ट्रांसफर स्विच भी बनाया है, पर ट्रांसफर स्विच ਦਾ बहुत ज्यादा रोल नहीं ਹੁੰਦਾ। एसी पावर सप्लाई आई है, ठीक है। एसी पावर सप्लाई तो बाद सर्ज प्रोटेक्शन। प्रोटेक्शन मींस फ्लक्चुएशंस, ਕਿਸੇ ਕਾइंड ਦੀ ਫਲਕਚੁਏਸ਼ਨ ਤੋਂ ਪ੍ਰੋਟੈਕਸ਼ਨ ਕਰਨ ਲਈ ਸਾਨੂੰ ਸਰਜ ਪ੍ਰੋਟੈਕਸ਼ਨ ਨੂੰ ਯੂਜ਼ ਕੀਤਾ ਜਾਂਦਾ ਹੈ। ਉਹ ਆਨਲਾਈਨ यूपीएस ਦੇ ਵਿੱਚ ਸਾਡੇ ਕੋਲ ਅਵੇਲੇਬਲ ਹੁੰਦਾ ਹੈ ਸਰਜ ਪ੍ਰੋਟੈਕਸ਼ਨਸ, ਠੀਕ ਹੈ। ਰੈਕਟੀਫਾਇਰ ਐਂਡ ਚਾਰਜਰ ਅਵੇਲੇਬਲ ਹੁੰਦਾ ਉਸ ਨੂੰ ਚਾਰਜ ਕਰਨ ਲਈ। ਡੀਸੀ ਟੂ ਏਸੀ ਇਨਵਰਟਰ ਤੁਹਾਡੇ ਕੋਲ ਅਵੇਲੇਬਲ ਹੁੰਦਾ, ਠੀਕ ਹੈ, ਕਿਉਂਕਿ ਬੈਟਰੀ ਨੇ ਆਮ ਤੌਰ ਤੇ ਡੀਸੀ ਪਾਵਰ ਜਨਰੇਟ ਕਰਨੀ ਹੈ। ਉਸ ਤੋਂ ਬਾਅਦ ਕ੍ਰਿਟੀਕਲ ਲੋਡ, ਜਿਹੜਾ ਲੋਡ ਮੀਨਸ ਕੰਪਿਊਟਰ ਜਾਂ ਕੋਈ ਹੋਰ ਵੀ ਡਿਵਾਈਸ ਤੁਹਾਡੇ ਕੋਲ ਲੱਗਿਆ ਹੋਇਆ। और ऑनलाइन यूपीएस ਦੀ ਅਗਰ ਮੈਂ ਤੁਹਾਨੂੰ ਡਾਇਗਰਾਮ ਪ੍ਰੈਕਟੀਕਲੀ ਬਣਾ ਕੇ ਦੱਸਾਂ, ਉਹੀ ਡਾਇਗਰਾਮਸ ਬਣੀਆਂ ਹੋਈਆਂ ਜੋ ਇਹ ਬਲੌਕ ਡਾਇਗਰਾਮ ਹੈ, that is sufficient। ਬਾਕੀ ਉਹੀ ਰੈਕਟੀਫਾਇਰ ਸਰਕਟ ਲੱਗੇ ਹੋਏ ਹੈ, ਉਹੀ ਤੁਹਾਡੇ ਕੋਲ ਸਰਜ ਪ੍ਰੋਟੈਕਸ਼ਨ ਦੇ ਸਰਕਟ ਲੱਗੇ ਹੋਏ ਹੈ, ਐਂਡ ਉਹੀ ਤੁਹਾਡੇ ਕੋਲ ਇਹ ਤੁਹਾਡੇ ਡੀਸੀ ਟੂ ਏਸੀ ਇਨਵਰਟਰ ਦੇ ਸਰਕਟ ਲੱਗੇ। ਬਟ ਆਨਲਾਈਨ यूपीएस ਹੈ ਕੀ ਹੈ, ਆਫਲਾਈਨ यूपीएस ਹੈ ਕੀ ਹੈ, ਟੈਕਨੀਕਲੀ ਡਿਫਰੈਂਸ ਕਿਸ ਪੁਆਇੰਟ ਤੇ ਆਉਂਦਾ ਹੈ। AC power supply to the online UPS is first fed to the rectifier circuit, then it will convert it into DC power। मैं ਹੁਣ ਜਿਹੜਾ online UPS ਦੇ ਕੰਟੈਕਸਟ ਕੁਝ ਗੱਲਾਂ ਕਰ ਰਿਹਾ ਨੂੰ ਧਿਆਨ ਨਾਲ ਨੋਟ ਕਰ ਲੈਣਾ। online UPS ਦੇ ਵਿੱਚ ਰੈਕਟੀਫਾਇਰ ਸਰਕਟ ਹੁੰਦਾ ਹੈ, ਬੈਟਰੀ ਹੁੰਦੀ ਹੈ, ਇਨਵਰਟਰ ਹੁੰਦਾ ਹੈ। AC ਪਾਵਰ ਸਪਲਾਈ ਜਦੋਂ AC ਪਾਵਰ ਨੂੰ ਨਾਰਮਲ ਪਾਵਰ ਸਪਲਾਈ, ਜਦੋਂ ਨਾਰਮਲ ਪਾਵਰ ਸਪਲਾਈ ਆਨਲਾਈਨ यूपीएस ਨੂੰ ਦਿੱਤੀ ਜਾਂਦੀ ਹੈ, ਇਹ ਸਭ ਤੋਂ ਪਹਿਲਾਂ ਕਿਹਨੂੰ ਦੇ ਰਿਹਾ, ਤੁਸੀਂ ਡਾਇਗਰਾਮ 'ਚ ਦੇਖੋਗੇ ਸਰਜ ਪ੍ਰੋਟੈਕਸ਼ਨ ਦਾ ਮਤਲਬ ਹੈ ਫਲਕਚੁਏਸ਼ਨਸ ਨੂੰ ਪ੍ਰੋਟੈਕਟ ਕਰਨਾ। ਉਸ ਤੋਂ ਬਾਅਦ ਇਹ ਜਿਹੜੀ ਪਾਵਰ ਦੇਗਾ ਰੈਕਟੀਫਾਇਰ ਨੂੰ। The AC power supplied to online UPS is first given to rectified circuit, then it will convert into DC power। ਉਸ ਤੋਂ ਬਾਅਦ ਇਸ ਸਰਕਟ ਨੇ, ਇਸ ਰੈਕਟੀਫਾਇਰ ਸਰਕਟ ਨੇ ਉਸ ਨੂੰ DC ਪਾਵਰ ਦੇ ਵਿੱਚ ਕਨਵਰਟ ਕਰ ਦੇਣਾ, ਠੀਕ ਹੈ। ਔਰ ਉਸ DC ਪਾਵਰ ਦੇ ਨਾਲ ਇਹ ਪਾਰਟਿਕੂਲਰ ਤੁਹਾਡੀ ਬੈਟਰੀ ਚਾਰਜ ਹੁੰਦੀ ਹੈ, ਠੀਕ ਹੈ। ਤੁਹਾਡੀ ਬੈਟਰੀ ਚਾਰਜ ਹੁੰਦੀ ਗਈ, ਓਕੇ। ਉਸ ਤੋਂ ਬਾਅਦ ਬੈਟਰੀ ਨੇ ਤੁਹਾਡੀ ਜੇ DC ਪਾਵਰ ਆਬਟੇਨ ਕੀਤੀ, ਲੇਕਿਨ ਮੇਰੇ ਕੋਲ ਡੋਮੈਸਟਿਕ ਸਪਲਾਈ ਲਈ, ਡੋਮੈਸਟਿਕ ਸਪਲਾਈ ਤੇ AC ਤੇ ਚੱਲੇਗੀ, DC ਤੇ ਨਹੀਂ ਚੱਲੇਗੀ। ਮੈਨੂੰ ਡੋਮੈਸਟਿਕ ਸਪਲਾਈ ਲਈ ਜਾਂ ਆਈ ਐਮ ਨਾਟ ਸਪੀਕਿੰਗ ਡੋਮੈਸਟਿਕ ਸਪਲਾਈ, ਜਾਂ ਕੰਪਿਊਟਰ ਨੂੰ ਪਾਵਰ ਦੇਣ ਲਈ, ਕੰਪਿਊਟਰ ਨੂੰ ਤਾਂ 220 ਵੋਲਟ ਦੀ ਪਾਵਰ ਦੇਣੀ ਪੈਣੀ ਹੈ, ਉਹਨੂੰ 5 ਵੋਲਟ ਜਾਂ 12 ਵੋਲਟ ਸਿੱਧੀ ਥੋੜੀ ਦਾਂਗੇ। ਕੰਪਿਊਟਰ ਨੂੰ ਜਿਹੜੀ ਸਪਲਾਈ ਚਾਹੀਦੀ ਹੈ, AC ਸਪਲਾਈ ਚਾਹੀਦੀ ਹੈ, this device will convert into AC power और ਅੱਗੇ ਜਾ ਕੇ ਕੰਪਿਊਟਰ ਜਾਂ ਪ੍ਰਿੰਟਰ ਜਾਂ ਜੋ ਵੀ ਡਿਵਾਈਸ ਲੱਗਿਆ ਉਸ ਨੂੰ ਪਾਵਰ ਦੇ ਦੇਗਾ। Then this DC power is used to charge the battery and this DC is supplied to inverter circuit and then it is supplied to the load। ਇਸ DC ਪਾਵਰ ਦੇ ਨਾਲ ਤੁਹਾਡੀ ਬੈਟਰੀ ਚਾਰਜ ਹੁੰਦੀ ਹੈ। ਇਸ ਚੀਜ਼ ਨੂੰ ਧਿਆਨ ਨਾਲ ਨੋਟ ਕਰੋ, ਮੈਂ ਫਿਰ ਇਸੇ ਚੀਜ਼ ਨੂੰ ਐਕਸਪਲੇਨ ਕਰਦਾ। ਆਨਲਾਈਨ यूपीएस ਦੇ ਵਿੱਚ ਇੱਕ ਰੈਕਟੀਫਾਇਰ ਹੈ, ਬੈਟਰੀ ਹੈ, ਇਨਵਰਟਰ ਹੈ। AC ਪਾਵਰ ਤੁਹਾਡੀ ਆਨਲਾਈਨ यूपीएस ਨੂੰ ਆਏਗੀ, ਸਭ ਤੋਂ ਪਹਿਲਾਂ ਸਰਜ ਪ੍ਰੋਟੈਕਸ਼ਨ ਸਰਕਟ ਲੱਗਾ ਹੈ ਜਿਹੜੀ ਕਿ ਫਲਕਚੁਏਸ਼ਨਸ ਨੂੰ ਸਟੇਬਲਾਈਜ਼ ਕਰੇਗਾ। ਉਸ ਤੋਂ ਬਾਅਦ ਰੈਕਟੀਫਾਇਰ ਸਰਕਟ ਨੂੰ ਜਿਹੜੀ ਪਾਵਰ ਚਾਹੀਦੀ, ਰੈਕਟੀਫਾਇਰ ਸਰਕਟ ਉਸ 220 ਵੋਲਟ ਪਾਵਰ ਨੂੰ DC 'ਚ ਕਨਵਰਟ ਕਰ ਦਿੰਦਾ। ਉਹ ਜਿਹੜੀ DC ਕਰੰਟ ਜਿਹੜਾ ਬਣਿਆ, ਉਸ DC ਕਰੰਟ ਦੇ ਨਾਲ ਤੁਹਾਡੀ ਬੈਟਰੀ ਚਾਰਜ ਹੁੰਦੀ ਹੈ। ਬੈਟਰੀ ਤੁਹਾਡੀ ਚਾਰਜ ਹੋ ਰਹੀ ਹੈ ਜਦੋਂ ਪਾਵਰ ਸਪਲਾਈ ਘਰਾਂ ਦੇ ਵਿੱਚ ਆ ਰਹੀ ਹੈ, ਉਹ ਬੈਟਰੀ ਨੂੰ ਚਾਰਜ ਕਰ ਦੇਗਾ, ਫੁੱਲੀ ਚਾਰਜ ਕਰ ਦੇਗਾ। ਜਦੋਂ ਮੰਨ ਲਓ ਪਾਵਰ ਫਲਕਚੁਏਸ਼ਨ ਹੋਈ ਜਾਂ ਪਾਵਰ ਕੱਟ ਆਫ ਹੋ ਗਈ, ਉਸ ਟਾਈਮ ਤੁਹਾਡੇ ਕੋਲ ਸਰਕਟ ਲੱਗਿਆ ਹੈ, ਇਹ ਸਰਕਟ ਲੱਗਿਆ ਹੈ ਦਿਸ ਵਨ। ਇਸ ਸਰਕਟ ਨੇ ਉਸ DC ਪਾਵਰ ਨੂੰ AC ਪਾਵਰ 'ਚ ਕਨਵਰਟ ਕਰਕੇ ਤੁਹਾਡੇ ਕੰਪਿਊਟਰ ਨੂੰ, ਤੁਹਾਡੇ ਲੈਪਟਾਪ ਨੂੰ, ਤੁਹਾਡੇ ਪ੍ਰਿੰਟਰ ਨੂੰ ਜਾਂ ਜੋ ਵੀ ਡਿਵਾਈਸ ਨੂੰ ਤੁਸੀਂ ਪਾਵਰ ਦੇਣਾ ਚਾਹੁੰਦੇ ਉਸ ਨੂੰ ਪਾਵਰ
दे देगा, because these all devices operate on AC power. This is the basic concept of online UPS. ਇਹ switching ਦਾ ਬਹੁਤ ਵੱਡਾ concept ਨਹੀਂ ਹੈ. Online UPS uses a double conversion method of accepting AC input, rectifying to DC, a brief सब कुछ लिखा है, for passing through the rechargeable battery and inverting back 120 वोल्ट to 240 वोल्ट for powering the protected equipment. मतलब in brief ਇਹ ਲਾਸਟ ਲਾਈਨ ਦੇ ਵਿੱਚ ਜਿਹੜੀਆਂ ਤਿੰਨ ਲਾਈਨਾਂ 'ਚ ਮੈਂ ਲਿਖਿਆ ਸੀ, in brief ਲਾਸਟ ਦੇ ਵਿੱਚ ਉਹੀ ਚੀਜ਼ ਐਕਸਪਲੇਨ ਕਰ ਦਿੱਤੀ. Now this is your online UPS. There is a transfer switch. अगर ਤੁਸੀਂ डायग्राम देखोगे, डायग्राम ਦੇ ਵਿੱਚ ट्रांसफर स्विच ਲੱਗਿਆ ਹੋਇਆ है बिल्कुल है. ऑफलाइन यूपीएस भी हैगा, ऑनलाइन यूपीएस भी है. There is a transfer switch, but that will always be in on position. वो हमेशा ऑन पोजीशन च होएगा. ਤੁਹਾਨੂੰ ਲਾਈਟ ਜਾਣ ਤੇ ਬਟਨ ਦਬਾਉਣ ਦੀ ਜ਼ਰੂਰਤ ਨਹੀਂ ਪੈਣੀ. ट्रांसफर स्विच है, उसने ऑटोमेटिकली मेन पावर्स तो यूपीएस से चल जाना. जो लाइट गई, जो लाइट चले गई, उसने मेन पावर तो यूपीएस से आ जाना है, और जो लाइट आ गई उसने यूपीएस टू मेन पावर से चल जाना है. वो ट्रांसफर स्विच अवेलेबल है, एंड दिस स्विच इज ऑलवेज इन ऑन पोजीशन. Thus, at every instant of time, the power delivered to the load will be from the combination of rectifier and inverter circuit. The main advantage of using online UPS is that no switching is required between main power line and battery power backup in case of power outage. मेन एडवांटेज ऑनलाइन यूपीएस ਦਾ ਇਹੀ ਹੈ, ਅਗਰ ਕਿਸੇ ਪੁਆਇੰਟ ਤੇ ਪਾਵਰ ਚਲੀ ਵੀ ਜਾਂਦੀ ਹੈ ਤਾਂ ਤੁਹਾਨੂੰ ਸਵਿਚਿੰਗ ਦੀ ਜ਼ਰੂਰਤ ਨਹੀਂ ਹੈ. ਇਹ ਯੂਪੀਐਸ ਦੇ ਵਿੱਚ ਇਨਬਿਲਟ ਫੀਚਰ ਅਵੇਲੇਬਲ ਹੈ, ਜਿਸ ਬਿਨਾਂ ਤੁਹਾਡੇ ਘਰਾਂ ਦੇ ਵਿੱਚ ਇਨਵਰਟਰ ਦੇ ਵਿੱਚ ਅਵੇਲੇਬਲ ਹੈ. ਗਰਮੀ ਦਾ ਮੌਸਮ ਹੋਵੇ, ਮੈਂ ਤੁਹਾਨੂੰ ਐਗਜ਼ਾਮਪਲ ਇਸ ਲਈ ਲੈਣਾ ਹੈ, ਅਗਰ ਮੰਨ ਲਓ ਗਰਮੀ ਦਾ ਮੌਸਮ ਹੋਵੇ, ਰਾਤੀ 3 ਵਜੇ ਲਾਈਟ ਚਲ ਜਾਂਦੀ ਹੈ, अगर मैनू उनके बटन ही ऑन करना पै गया इन्वर्टर का, मैनू उस इन्वर्टर का बहुत फायदा नहीं है, मेरी तो नींद डिस्टर्ब हो. इन्वर्टर वही सक्सैसफुल है. मैं होर एक एग्जांपल दसदा तुहानूं. ट्रेन अजकल चल रही हैं इलैक्ट्रिक ट्रेन काफ़ी इलैक्ट्रिसिटी ते चलदी हैं, डीजल कोल ते बहुत घट चलदी. तुसीं ट्रैवल कर रहे हो जलंधर तो दिल्ली, विच लाइट चल जाती है, वो इन्वर्टर ते जनरेटर ते ऑटोमैटिकली कन्वर्ट होनी चाहिए. ऐ नहीं है भी ट्रेन पहला रुकेगी, उस तो बाद जनरेटर ऑन करन कोई जाऊगा, फिर जाके तुहाडी ट्रेन दोबारा चलेगी. नो, that switching should be automatically, that switching should be online, and that should be inbuilt. This is the concept of your online UPS. और ऑनलाइन यूपीएस के एडवांटेजेस क्या है? Online UPS doesn't require switching between the two paths in case of power failure. One of the most important. The significant advantage, second point is, the significant advantage of using online UPS is that isolation between load circuit and input circuit is proper, which is useful to get distortion-less signals. मैं जो तुहानूं ऑफलाइन यूपीएस डिस्कस करांगा, तुहानूं उदों दिखेगी एक प्रॉब्लम है दैट इस ऑनलाइन यूपीएस ਦੇ ਵਿੱਚ ਲੋਡ ਸਰਕਟ ਕਿਹੜਾ ਹੈ, ਤੁਹਾਡਾ ਕੰਪਿਊਟਰ, ਤੁਹਾਡਾ ਪ੍ਰਿੰਟਰ, ਜਾਂ ਤੁਸੀਂ ਹੋਰ ਜਿਹੜਾ ਪੈਰੀਫेरल ਉਸ यूपीएस ਨਾਲ ਕਨੈਕਟ ਕੀਤਾ ਹੈ, ਉਸ ਨੂੰ ਲੋਡ ਸਰਕਟ ਕਿਹਾ ਜਾਂਦਾ ਹੈ. ऑनलाइन यूपीएस ਦੇ ਵਿੱਚ ਲੋਡ ਸਰਕਟ ਤੁਹਾਡੇ ਇਨਪੁਟ ਤੋਂ ਆਈਸੋਲੇਟਿਡ ਹੈ, बहुत ज्यादा आपस ਚ ਕਨੈਕਟਡ नहीं है, जबकि ऑफलाइन यूपीएस के केस ਦੇ ਵਿੱਚ ਇਹ ਚੀਜ਼ नहीं होती. In online UPS, the inverter is always in on position. ਤੁਹਾਨੂੰ ਬਾਰ-ਬਾਰ switch off on ਕਰਨ ਦੀ ਜ਼ਰੂਰਤ ਨਹੀਂ ਪੈਂਦੀ. This is your third point.
Thus the power delivered through the load will be available at any instant of time as there is zero transfer time. Power failure ਦੇ ਵਿੱਚ ਇਨਵਰਟਰ ਤੇ ਸ਼ਿਫਟ ਕਰਨਾ ਹੈ, ਕੋਈ ट्रांसफर टाइम नहीं, जीरो ट्रांसफर टाइम है, इमीडिएट शिफ्ट कर देगा, ਤੁਹਾਡਾ स्विच हमेशा ऑन होता है। अगर ऑनलाइन यूपीएस ਦੇ ਐਡਵਾਂਟੇजेस है ਤਾਂ ਕੁਝ डिसएडवांटेजेस है। सब तो पहला ਜਿਹੜਾ डिसएडवांटेज मैं ਤੁਹਾਨੂੰ ਦੱਸਿਆ ਸੀ, थर्ड पॉइंट देखो, the cost of designing of online UPS is much more than that of offline UPS. Online UPS costly ਹੁੰਦੇ ਹੈ as compared to offline UPS. The designing of online UPS is quite complex and it requires a larger heat sink. काफी ਵੱਡਾ heat sink ਚਾਹੀਦਾ ਹੁੰਦਾ ਹੈ ਜਿਹੜਾ ਇਹਦੀ ਪਾਵਰ ਡੈਸੀਪੇਸ਼ਨ ਦੇ ਵਿੱਚ ਇਹਨੂੰ ਯੂਜ਼ ਕੀਤਾ ਜਾਂਦਾ ਹੈ। The power dissipation, power consumption, dissipation ਦਾ ਮਤਲਬ ਹੁੰਦਾ power consumption. In case of online UPS is more because it is supplying power instantaneously to the battery backup as well as inverter circuit. ਇਹਨੇ ਬੈਟਰੀ ਨੂੰ ਵੀ ਪਾਵਰ ਉਸੇ ਟਾਈਮ ਸਪਲਾਈ ਕਰਨੀ ਹੈ, ਇਹਨੇ ਇਨਵਰਟਰ ਨੂੰ ਵੀ ਕਰਨੀ। ਆਫਲਾਈਨ ਯੂਪੀਐਸ ਦੇ ਵਿੱਚ ਇਹ ਕਨਸੈਪਟ ਨਹੀਂ ਹੁੰਦਾ। ਮੈਂ ਉਹੀ ਹੁਣ ਕਨਸੈਪਟ ਆਫਲਾਈਨ ਯੂਪੀਐਸ ਦਾ ਤੁਹਾਨੂੰ ਐਕਸਪਲੇਨ ਕਰਨ ਲੱਗਾ। ਆਨਲਾਈਨ ਯੂਪੀਐਸ ਦੀ ਡਿਸਐਡਵਾਂਟੇਜ ਮੈਂ ਕੀ ਲਿਆ ਸੀ? The power dissipation in case of online UPS is much more because it is supplying power instantaneously to battery backup as well as inverter circuit. बैटरी ਨੂੰ ਵੀ ਪਾਵਰ ਸਪਲਾਈ ਕਰ ਰਿਹਾ ਹੈ, ਇਨਵਰਟਰ ਨੂੰ ਵੀ ਸਪਲਾਈ ਕਰ ਰਿਹਾ, both at the same time. जबकि अगर मैं ऑफलाइन यूपीएस की गल करा, बड़े चीप आइटम सस्ते होंगे बड़े ऑफलाइन यूपीएस। ऑफलाइन यूपीएस directly supply the AC power to the device connected to the load. ਇਹ ਪੁਆਇੰਟ ਮੈਂ ਤੁਹਾਨੂੰ ਜਿੱਥੇ ਬੋਲ ਰਹੇ ਹਾਂ, ਇੱਥੇ ਇੱਕ ਚੀਜ਼ ਧਿਆਨ ਨਾਲ ਦੇਖਿਓ। ਮੈਂ ਆਨਲਾਈਨ यूपीएस ਕੀ ਸੀ? The significant advantage of using online UPS is that there is an isolation between the load circuit and input circuit. Online ਦੇ ਵਿੱਚ load circuit ਅਲੱਗ ਹੈ, input circuit ਅਲੱਗ ਹੈ। जबकि ऑफलाइन के केस ਦੇ ਵਿੱਚ ਕੀ ਹੈ? ऑफलाइन UPS directly supply AC power to the device connected to the load. ਸਿੱਧੀ ਪਾਵਰ ਸਪਲਾਈ ਉਹਨਾਂ ਨੇ ਕੰਪਿਊਟਰ ਨੂੰ ਜਾਂ ਪ੍ਰਿੰਟਰ ਨੂੰ ਜਾਂ ਕੋਈ ਹੋਰ ਪੈਰੀਫੇਰਲ ਅਗਰ ਨਾਲ ਕਨੈਕਟਡ ਹੈ ਉਹਨੂੰ ਦੇ ਦੇਣਾ। और अगर पावर फेलियर हो गया, in case of power failure, offline UPS changes the position of transfer switch. ਇਹਦੇ ਵਿੱਚ ਟ੍ਰਾਂਸਫਰ ਸਵਿਚ ਦਾ ਰੋਲ ਹੈ। ਇਹ ਟ੍ਰਾਂਸਫਰ ਸਵਿਚ ਨੂੰ ਚੇਂਜ ਕਰੇਗਾ, ਉਹਦੇ ਵਿੱਚ ਟਾਈਮ ਲੱਗੇਗਾ। ਕੁਝ ਆਫਲਾਈਨ ਯੂਪੀਐਸ ਐਸੇ ਵੀ ਹੈ ਜਿਨ੍ਹਾਂ ਦੇ ਵਿੱਚ ਤੁਹਾਨੂੰ ਮੈਨੂਅਲੀ ਸਵਿਚ ਨੂੰ ਔਨ ਕਰਨਾ ਪੈਂਦਾ ਹੈ। ਸੋ that is the biggest limitation of your offline UPS. In offline UPS system, load is powered directly by input power and the backup power is only used ਜਦੋਂ ਪਾਵਰ ਫੇਲ ਹੁੰਦਾ। ਜਦਕਿ ਆਨਲਾਈਨ ਯੂਪੀਐਸ ਦੇ ਵਿੱਚ ਮੇਨ ਪਾਵਰ ਬੈਕਅਪ ਪਾਵਰ ਸਾਈਮਲਟੇਨੀਅਸਲੀ ਯੂਜ਼ ਹੁੰਦੇ, ਉਹਦੇ ਕਰਕੇ ਆਨਲਾਈਨ ਯੂਪੀਐਸ ਜ਼ਿਆਦਾ ਪਾਵਰ ਕੰਜ਼ਿਊਮ ਕਰਦੇ ਆ। ਲੇਕਿਨ ਆਫਲਾਈਨ ਯੂਪੀਐਸ ਦੇ ਕੇਸ ਵਿੱਚ ਐਦਾਂ ਨਹੀਂ ਹੈ। ਉਦੋਂ ਹੀ ਤੁਹਾਡੀ ਬੈਟਰੀ ਨੇ ਯੂਜ਼ ਹੋਣਾ ਹੈ ਜਾਂ ਉਦੋਂ ਹੀ ਬੈਟਰੀ ਨੇ ਰੋਲ ਆਣਾ ਜਦੋਂ ਪਾਵਰ ਫੇਲੀਅਰ ਹੁੰਦਾ। ਦਿਸ ਇਜ਼ ਦਾ ਸਰਕਿਟ ਆਫ ਯੂਰ ਆਫਲਾਈਨ ਯੂਪੀਐਸ। मैं इस सर्किट ਨੂੰ ਪਿਛਲੇ ਸਰਕਿਟ ਨਾਲ ਕੰਪੇਅਰ ਕਰਕੇ ਦਿਖਾਣਾ ਤੁਹਾਨੂੰ। ਉਹਦੇ ਵਿੱਚ ਰੈਕਟੀਫਾਇਰ ਸਰਕਿਟ ਸੀ ਐਂਡ बैटरी चार्जर ਸੀ। लुक एट दिस रेक्टिफायर एंड चार्जर, सर्च प्रोडक्शन, रेक्टिफायर एंड चार्जर। इस केस ਦੇ ਵਿੱਚ ਦੇਖੋ ਧਿਆਨ ਨਾਲ, ਆਫਲਾਈਨ ਯੂਪੀਐਸ ਦੇ ਵਿੱਚ सर्च प्रोडक्शन है, बैटरी चार्जर ਚ रेक्टिफायर नहीं है। ठीक है, रेक्टिफायर राइट नाउ नहीं अवेलेबल है, बैटरीज है, डीसी टू एसी कन्वर्टर है, क्रिटिकल लोड है और रिले ट्रांसफर स्विच it plays an important role in offline UPS क्योंकि
ट्रांजिशन होनी है ਜਿਹੜੀ ਕਿ ਆਨਲਾਈਨ यूपीएस ਦੇ ਵਿੱਚ ट्रांजिशन टाइम 0 है। अगर ਇਹਦੇ ਮੈਂ ਸਰਕਟ ਨੂੰ ਹੋਰ ਡਿਟੇਲ ਚ ਦਵਾਂ, AC means ਇਹ ਜਿਹੜਾ ਤੁਹਾਡਾ ਸਰਜ ਪ੍ਰੋਟੈਕਸ਼ਨ ਸਰਕਟ ਹੈ ਉਸ ਨੂੰ ਇਹ ਵੀ ਕਿਹਾ ਜਾਂਦਾ ਇਲੈਕਟ੍ਰੋਨਿਕ AVR, ਆਟੋਮੈਟਿਕ ਵੋਲਟੇਜ ਰੈਗੂਲੇਟਰ। ਜਿਹੜਾ ਸਰਜ ਪ੍ਰੋਟੈਕਸ਼ਨ ਸਰਕਟ ਹੈ ਇਸ ਨੂੰ ਅਸੀਂ electronic AVR, A for automatic, V is voltage, R is regulator, automatic voltage regulator। उस तो बाद कंट्रोल सर्किट है, बैटरी है, बैटरी चार्जर है, इन्वर्टर है और स्पाइक्स अगर कोई आंदी है उसको प्रोटेक्ट करने लिए यूज किया जाता है। ऑफलाइन यूपीएस ਦੇ ਵਿੱਚ ਕੀ ਚੀਜ਼ ਹੈ? In offline UPS, the load is powered directly by the input power. Online UPS ਦੇ ਵਿੱਚ directly power ਨਹੀਂ ਹੁੰਦਾ और बैकअप सर्किट ਉਦੋਂ ਹੀ ਯੂਜ਼ ਹੁੰਦਾ ਆਫਲਾਈਨ ਜਦੋਂ ਪਾਵਰ ਫੇਲਿਅਰ ਹੁੰਦੀ ਹੈ, ਜਦਕਿ ਆਨਲਾਈਨ ਦੇ ਵਿੱਚ ਬੈਕਅਪ ਸਰਕਿਟ ਹਮੇਸ਼ਾ ਔਨ ਰਹਿੰਦਾ ਹੈ, ਹਮੇਸ਼ਾ ਔਨ ਰਹਿੰਦਾ ਹੈ। This is the major point of difference between this offline UPS and ऑनलाइन यूपीएस का मेजर पॉइंट ऑफ डिफरेंस है। मैं वैसे तो नॉन डिफरेंसेस भी कवर करांगा बट मैं इन जनरल तो दस रहे हैं मेजर पॉइंट ऑफ डिफरेंस यही है। द बैटरी ऑफ ऑफलाइन यूपीएस गेट चार्ज्ड ड्यूरिंग द अवेलेबिलिटी ऑफ एसी पावर। बिल्कुल करेक्ट है। इन दैट कंडीशन द एसी इज पावर इज डायरेक्टली सप्लाइड टू लोड सर्किट एंड एट द सेम टाइम बैटरी ऑफ ऑफलाइन यूपीएस गेट्स चार्ज्ड with the help of rectifier circuit। Now ਇਹ ਦੋ ਤਿੰਨ ਪੁਆਇੰਟਸ ਹੈ ਲੇਕਿਨ ਜਿੱਥੇ ਤੁਹਾਨੂੰ ਡਿਫਰੈਂਸ ਪਤਾ ਲੱਗੇਗਾ ਮੈਂ ਉਹ ਚੀਜ਼ ਤੇ ਤੁਹਾਨੂੰ ਲੈ ਕੇ ਆਣਾ ਦੋਵਾਂ ਦੇ ਵਿੱਚ ਕੀ ਡਿਫਰੈਂਸਸ ਹੈ, ਕਿੱਥੇ ਅਸੀਂ ਕਹਿੰਦੇ ਆਫਲਾਈਨ ਕੀ ਹੈ ਤੇ ਆਨਲਾਈਨ ਕੀ ਹੈ। ਦਿਸ ਇਜ਼ ਮੋਰ ਇੰਪੋਰਟੈਂਟ। ਆਨਲਾਈਨ ਤੇ ਆਫਲਾਈਨ ਚ ਡਿਫਰੈਂਸ ਕੀ ਹੈ? The key difference between online UPS and online UPS, offline UPS lies in its working। And online UPS supplies the AC power through a rectifier and inverter circuit even when the AC power is available। मैं तो ना इस पॉइंट ते हुन इन्ना तो ਤੁਹਾਨੂੰ ਦੋਨਾਂ ਦੀ ਟੈਕਨੋਲੋਜੀ ਚ ਡਿਫਰੈਂਸ ਪਤਾ ਲੱਗ ਜਾਏਗਾ। ਆਨਲਾਈਨ यूपीएस ਦੇ ਵਿੱਚ ਇਨਵਰਟਰ ਸਰਕਿਟ ਤੇ ਰੈਕਟੀਫਾਇਰ ਦੇ ਥਰੂ ਹੀ ਪਾਵਰ ਆਣੀ ਹੈ, ਚਾਹੇ ਤੁਹਾਡਾ पावर हैगी है चाहे थोड़ी पावर नहीं है। दूसरे पासे ऑफलाइन यूपीएस डायरेक्टली सप्लाई द एसी मेन्स पावर टू लोड सर्किट व्हेन द पावर सप्लाई इज अवेलेबल। मतलब ਜਦੋਂ पावर अवेलेबल है उन्हें बाईपास ही कर देना अपने आप। अगर इस चीज ਨੂੰ ਧਿਆਨ ਨਾਲ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੋ, ऑन द कंट्रारी द ऑफलाइन यूपीएस डायरेक्टली supply the AC mains power to load circuit when the power supply is available। ਜਦੋਂ ਪਾਵਰ ਸਪਲਾਈ ਅਵੇਲੇਬਲ ਹੈ ਆਫਲਾਈਨ यूपीएस ਕੋਈ ਖਾਸ ਕੰਮ ਨਹੀਂ ਕਰਦਾ, ਉਹਨੇ ਉਹ ਪਾਵਰ ਸਪਲਾਈ ਬਾਹਰੋਂ ਬਾਹਰ ਹੀ ਤੁਹਾਡੇ ਕੰਪਿਊਟਰ ਨੂੰ, ਲੈਪਟਾਪ ਨੂੰ ਜਾਂ ਜਿਹੜਾ ਵੀ ਇਲੈਕਟ੍ਰੋਨਿਕ ਡਿਵਾਈਸ ਪੈਰੀਫेरल ਲੱਗਾ ਉਹਨੂੰ ਡਾਇਰੈਕਟ ਦੇ ਦੇਣਾ। ਬਹੁਤ ਜ਼ਿਆਦਾ ਉਹਨੇ ਆਪਣਾ ਰੋਲ ਪਲੇ ਨਹੀਂ ਕਰਨਾ। ਜਦਕਿ ਆਫਲਾਈਨ यूपीएस ਇਦਾਂ ਨਹੀਂ ਹੈ, ਸੌਰੀ ਆਨਲਾਈਨ यूपीएस ਇਦਾਂ ਨਹੀਂ ਹੈ। ਚਾਹੇ ਪਾਵਰ ਹੈਗੀ ਹੈ, चाहे पावर सप्लाई हैगी है, उन्हें अपने इन्वर्टर सर्किट ते रेक्टिफायर सर्किट के थ्रू ही पावर देनी है डायरेक्टली लोड ਨੂੰ। लोड मींस ਜਿਹੜਾ ਕੰਪਿਊਟਰ ਜਾਂ ਜਿਹੜੇ ਪੈਰੀਫेरल्स ਸਾਡੇ ਨਾਲ ਲੱਗੇ ਹੈ ਉਹਨੇ ਡਾਇਰੈਕਟਲੀ ਉਹਨੂੰ ਪਾਵਰ ਨਹੀਂ ਦੇਣੀ। This is the main point of difference between an offline UPS and online UPS। Second, ਆਫਲਾਈਨ यूपीएस ਦੇ ਵਿੱਚ ਟ੍ਰਾਂਸਫਰ ਟਾਈਮ ਬਹੁਤ ਜ਼ਿਆਦਾ ਲੱਗਦਾ ਹੈ ਜਦੋਂ ਪਾਵਰ ਚਲੀ ਜਾਂਦੀ। यूपीएस ਦਾ ਰੋਲ ਹੀ ਉਹਦਾ ਜਦੋਂ ਪਾਵਰ ਚਲੀ ਜਾਏ ਉਹਦਾ ਆਪਾਂ यूपीएस ਕਿਸ ਕੰਮ ਦੇ ਸਾਡੇ। ਅਗਰ ਪਾਵਰ ਹੈਗੀ ਹੈ यूपीएस ਜ਼ਿਆਦਾ ਤੋਂ ਜ਼ਿਆਦਾ ਉਸ ਪਾਵਰ ਨੂੰ ਰੈਗੂਲੇਟ ਕਰ ਲੇਗਾ। ਅਲਟੀਮੇਟ यूपीएस ਦਾ ਰੋਲ ਉਦੋਂ ਹੀ ਆਉਂਦਾ ਹੈ ਜਦੋਂ ਪਾਵਰ ਚਲੀ ਜਾਂਦੀ। The transfer time is the key term which differentiate between online UPS and offline UPS। The transfer time in case of online UPS is 0 क्योंकि तो switching की लोड नहीं पड़ती, as there is no switching between inverter and main supply।
while offline UPS possesses transfer time up to 5 मिनट भी लग जाते, मींस एक भी लग सकता, दो भी लग सकता, आधा मिनट भी लग सकता है, कुछ सेकंड्स भी लग सकते हैं, उन्हां दा ट्रांसफर टाइम ज्यादा हुंदा है। सो दैट इज वाई बहुत ज्यादा ऑफलाइन यूपीएस रिकमेंडेड नहीं होते। The other significant difference between online UPS and offline UPS is that inverter in online UPS is always on, जबकि offline UPS ਦੇ ਵਿੱਚ ਇਨਵਰਟਰ ਉਦੋਂ ਹੀ on ਹੁੰਦਾ ਹੈ ਜਦੋਂ ਪਾਵਰ ਸਪਲਾਈ ਚਲੀ ਜਾਂਦੀ ਹੈ। ਹੁਣ ਆਨਲਾਈਨ यूपीएस ਦੇ ਐਡਵਾਂਟੇजेस ਕਾਫੀ ਹੈ ਆਫਲਾਈਨ यूपीएस ਤੋਂ, ਬਟ ਆਨਲਾਈਨ यूपीएस ਕਾਸਟਲੀ ਵੀ ਬਹੁਤ ਜ਼ਿਆਦਾ ਹੈ। ਆਫਲਾਈਨ यूपीएस ਸਸਤਾ ਹੈ, 2-2.5-3 ਹਜ਼ਾਰ ਦਾ ਛੋਟਾ यूपीएस ਆ ਜਾਂਦਾ ਹੈ। ऑनलाइन यूपीएस वही 2-2.5 हज़ार का जो ऑफलाइन आता है 10-12-15 हज़ार का आता है। इट इज मच मोर कॉस्टली एज कंपेयर टू ऑफलाइन। द एफिशिएंसी, अगर एफिशिएंसी पॉइंट से कंपेयर करिए, द एफिशिएंसी ऑफ ऑफलाइन यूपीएस इज मोर देन एफिशिएंसी ऑफ ऑनलाइन यूपीएस। क्यों? बिकॉज द इन्वर्टर एंड रेक्टिफायर सर्किट इज नॉट ऑलवेज ऑन। ऑफलाइन यूपीएस रेक्टिफायर ते इन्वर्टर सर्किट हमेशा ऑन नहीं होंगे, इस करके ऑफलाइन यूपीएस की एफिशिएंसी ज्यादा है एज कंपेयर टू ऑनलाइन यूपीएस। और these are the points of comparison between offline UPS and online UPS। जो मैं थोड़े मेजर पॉइंट्स दसे सी वही है, ठीक है। मैं हुन विच ऑफलाइन यूपीएस दे एडवांटेजेस एंड डिसएडवांटेजेस भी ਅਸੀਂ डिस्कस कर लिए। ऑफलाइन डिफरेंट यूपीएस दे एडवांटेजेस की है और डिसएडवांटेजेस की। कॉस्ट ऑफ डिजाइनिंग ऑफ ऑफलाइन यूपीएस इज वेरी लो, सस्ता रहता है। The internal control of offline UPS is simple, as two paths are there, both works at a different time according to position of transfer switch। तो अलग अलग सर्किट ऑपरेट करते हो तो कंट्रोल करना बहुत इजी है। तो एक लास्ट पॉइंट ਜਿਹੜਾ ਮੈਂ ਕੰਪੈਰੀਜ਼ਨ ਦੱਸਿਆ ਸੀ ਉਹੀ ਇੱਥੇ ਆ ਰਿਹਾ ਹੈ। The efficiency of offline UPS is high because बैटरी बैकअप ਤੇ इन्वर्टर हमेशा ऑन नहीं रहते। डिसएडवांटेजेस की है, the quality of electric signal obtained from the offline UPS is poor because offline UPS हमेशा on नहीं रहता। सेकंड, ट्रांसफर टाइम बहुत ज़्यादा है, अप टू 5 मिनट। 5 मिनट तक अगर ਤੁਹਾਡਾ स्टेशन से बस स्टैंड से या रेलवे रिजर्वेशन तक अगर बंद करना पै जाए तो उस चीज़ का कोई एडवांटेज नहीं है। ऑफलाइन यूपीएस डायरेक्टली सप्लाई द एसी पावर व्हेन इट इज अवेलेबल एंड स्पाइक्स एंड सर्जेस इफ प्रेजेंट इन इनपुट वोल्टेज ਜਿਹੜੇ ਵੀ ਆਉਂਦੇ ਆ ਉਹ ਸਰਕਟ ਨੂੰ ਪਾਸ ਕੀਤੇ। With this, I complete my today's